ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਉਸ ਵਕਤ ਦੀ ਗੱਲ ਕਰਨ ਲੱਗੇ ਹਾਂ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ। ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਆਪਣੇ ਆਤਮ ਨਿਰਭਰ ਦੇ ਲਈ ਵਪਾਰ ਸ਼ੁਰੂ ਕਰਨ ਦੇ ਲਈ ਦਿੱਤੇ, ਪਰ ਗੁਰੂ ਜੀ ਨੇ 20 ਰੁਪਏ ਦਾ ਲੰਗਰ ਲਾ ਕੇ ਸੱਚਾ ਸੌਦਾ ਕੀਤਾ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਜਿਹੜੇ ਸਾਥੀ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ, ਚੈਨਲ ਨੂੰ ਸਬਸਕ੍ਰਾਈਬ ਕਰੋ ਲਾਲ ਬਟਨ ਨੂੰ ਨੱਪ ਕੇ। ਸੋ ਇਸ ਤਰ੍ਹਾਂ ਦੀਆਂ ਸਾਖੀਆਂ ਪਾਉਣ ਲਈ ਨਾਲ ਘੰਟੀ ਵਾਲੇ ਬਟਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ। ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਦਾ ਟੌਪਿਕ ਹੈ ਸੱਚਾ ਸੌਦਾ। ਹੁਣ ਗੁਰੂ ਨਾਨਕ ਦੇਵ ਜੀ ਦੀ ਉਮਰ 17 ਸਾਲ ਦੀ ਹੋ ਚੁੱਕੀ ਸੀ। ਪਿਤਾ ਜੀ ਨੇ ਬਹੁਤ ਸੋਚ ਸਮਝ ਕੇ ਵਪਾਰ ਕਰਨ ਦੇ ਲਈ ਨਾਨਕ ਨੂੰ 20 ਰੁਪਏ ਦਿੱਤੇ ਅਤੇ ਕਿਹਾ, ਨਾਨਕ ਤੂੰ ਹੁਣ ਇਹਨਾਂ ਰੁਪਈਆਂ ਦਾ ਇੱਕ ਛੋਟਾ ਜਿਹਾ ਵਪਾਰ ਸ਼ੁਰੂ ਕਰ ਲੈ। ਮੁਨਾਫਾ ਹੋਣ ਉੱਤੇ ਮੈਂ ਤੁਹਾਡੀ ਲਗਾਤਾਰ ਸਹਾਇਤਾ ਕਰਦਾ ਰਹਾਂਗਾ। ਮੈਨੂੰ ਪੂਰੀ ਆਸ ਹੈ ਕਿ ਇੱਕ ਦਿਨ ਤੂੰ ਬਹੁਤ ਵੱਡਾ ਵਪਾਰੀ ਬਣ ਸਕਦਾ। ਗੁਰੂ ਜੀ ਦੇ ਪਿਤਾ ਜੀ ਨੇ ਇੱਦਾਂ ਕਿਉਂ ਕਿਹਾ ਕਿ ਤੂੰ ਇੱਕ ਦਿਨ ਵਪਾਰੀ ਬਣ ਸਕਦਾ? ਕਿਉਂਕਿ ਮਹਿਤਾ ਕਾਲੂ ਜੀ ਆਪ ਇੱਕ ਵਪਾਰੀ ਸਨ ਅਤੇ ਉਹ ਇਹ ਚਾਹੁੰਦੇ ਸਨ ਕਿ ਗੁਰੂ ਨਾਨਕ ਵੀ ਇੱਕ ਵਧੀਆ ਵਪਾਰੀ ਬਣੇ। ਬਹੁਤ ਸਮਝਿਆ ਬੁਝਿਆ ਕਿ ਇੱਕ ਸਹਾਇਕ ਦੇ ਰੂਪ ਵਿੱਚ ਗੁਆਂਢੀਆਂ ਦਾ ਮੁੰਡਾ ਜਿਸ ਦਾ ਨਾਮ ਬਾਲਾ ਸੀ, ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬਚਪਨ ਦਾ ਮਿੱਤਰ ਹੋਣ ਕਾਰਨ ਸਮਾਨ ਉਮਰ ਦਾ ਸੀ, ਉਹਨਾਂ ਨੇ ਉਸ ਨੂੰ ਉਹਨਾਂ ਦੇ ਨਾਲ ਭੇਜ ਦਿੱਤਾ। ਹੁਣ ਗੁਰੂ ਜੀ ਨੂੰ ਪਿਤਾ ਜੀ ਨੇ ਇੱਕ ਵਿਸ਼ੇਸ਼ ਆਦੇਸ਼ ਦਿੱਤਾ ਕਿ ਪੁੱਤਰ ਕਿਤੇ ਧੋਖਾ ਨਾ ਖਾਵੀਂ, ਖਰਿਆ ਸੌਦਾ ਹੀ ਕਰੀਂ ਜਿਸ ਵਿੱਚ ਮੁਨਾਫਾ ਹੋਵੇ, ਨਿਸ਼ਚਿਤ ਹੋਵੇ। ਦੋਨੋਂ ਮਿੱਤਰ ਤਲਵੰਡੀ ਵੱਲੋਂ ਗੁਆਂਢੀ ਨਗਰ ਲਈ ਚੱਲ ਪਏ। ਰਸਤੇ ਵਿੱਚ ਇੱਕ ਸਥਾਨ ਉੱਪਰ ਸੜਕ ਦੇ ਕੰਢੇ ਸਾਧੂਆਂ ਦਾ ਡੇਰਾ ਉਹਨਾਂ ਨੂੰ ਵਿਖਾਈ ਦਿੱਤਾ। ਗੁਰੂ ਜੀ ਨੇ ਸਾਧੂਆਂ ਦੇ ਦਰਸ਼ਨ ਕਰਨ ਦੀ ਇੱਛਾ ਜ਼ਾਹਰ ਕੀਤੀ। ਦੋਵੇਂ ਸਾਥੀ ਰਸਤਾ ਛੱਡ ਸਾਧੂਆਂ ਦੇ ਡੇਰੇ ਪਹੁੰਚੇ। ਸਾਰੇ ਸਾਧੂ ਭਜਨ ਵਿੱਚ ਵਿਅਸਤ ਸਨ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਮਹੰਤ ਵੱਲੋਂ ਗੱਲਬਾਤ ਕੀਤੀ। ਸੰਤੋ ਜੀ, ਤੁਹਾਡੇ ਭੋਜਨ ਪਾਣੀ ਦਾ ਕੀ ਪ੍ਰਬੰਧ ਹੈ, ਕੀ ਵਿਵਸਥਾ ਹੈ? ਜਵਾਬ ਵਿੱਚ ਮਹੰਤ ਨੇ ਦੱਸਿਆ, ਪੁੱਤਰ ਕੋਈ ਦਾਨੀ ਭੋਜਨ ਲਿਆ ਦਿੰਦਾ ਹੈ ਤਾਂ ਅਸੀਂ ਭੋਜਨ ਕਰ ਲੈਂਦੇ ਹਾਂ, ਨਹੀਂ ਤਾਂ ਬਿਨਾਂ ਭੋਜਨ ਦੇ ਅਸੀਂ ਸਮਾਂ ਬਤੀਤ ਕਰਦੇ ਹਾਂ। ਇਹ ਸੁਣ ਕੇ ਗੁਰੂ ਜੀ ਨੇ ਮਹੰਤ ਨੂੰ 20 ਰੁਪਏ ਦੇ ਦਿੱਤੇ ਅਤੇ ਕਿਹਾ, ਮਹਾਂਪੁਰਖੋ ਤੁਸੀਂ ਇਸ ਵੱਲੋਂ ਆਪਣੇ ਭੋਜਨ ਦਾ ਪ੍ਰਬੰਧ ਕਰ ਲਵੋ। ਪਰ ਮਹੰਤ ਨੇ ਪੁੱਛਿਆ, ਪੁੱਤਰ ਇਹ ਰੁਪਏ ਤੂੰ ਸਾਨੂੰ ਸਾਧੂਆਂ ਨੂੰ ਕਿਉਂ ਦੇ ਰਿਹਾ ਹੈ ਅਤੇ ਕਿਉਂ ਦੇਣਾ ਚਾਹੁੰਦਾ ਹੈ? ਜਵਾਬ ਵਿੱਚ ਗੁਰੂ ਜੀ ਨੇ ਕਿਹਾ, ਮੈਨੂੰ ਪਿਤਾ ਜੀ ਨੇ ਇੱਕ ਖਰਾ ਸੌਦਾ ਕਰਨ ਦੇ ਲਈ ਭੇਜਿਆ ਹੈ। ਮੈਨੂੰ ਅਜਿਹਾ ਲੱਗਦਾ ਹੈ ਕਿ ਇਸ ਤੋਂ ਅੱਛਾ ਖਰਾ ਸੌਦਾ ਹੋਰ ਨਹੀਂ ਹੋ ਸਕਦਾ। ਇਸ ਲਈ ਇਸ ਵਿੱਚ ਮੁਨਾਫਾ ਹੀ ਮੁਨਾਫਾ ਦਿਖਾਈ ਦਿੰਦਾ ਹੈ। ਤਦ ਮਹੰਤ ਨੇ ਕਿਹਾ, ਪੁੱਤਰ ਅਸੀਂ ਰੁਪਏ ਨਹੀਂ ਲੈਂਦੇ। ਜੇਕਰ ਤੁਹਾਡੀ ਇੱਛਾ ਹੈ ਤਾਂ ਸਾਨੂੰ ਅਨਾਜ ਲਿਆ ਦਿਓ, ਅਸੀਂ ਆਪ ਭੋਜਨ ਤਿਆਰ ਕਰ ਲਵਾਂਗੇ। ਇਹ ਸ਼ਬਦ ਸੁਣ ਕੇ ਗੁਰੂ ਜੀ ਕੋਲੋਂ ਨਗਰ ਚੁੜਕਾਨੇ ਗਏ। ਉੱਥੋਂ ਕਈ ਪ੍ਰਕਾਰ ਦੇ ਰਸਦ ਖਰੀਦ ਕੇ ਇੱਕ ਬੈਲ ਗੱਡੀ ਦੇ ਵਿੱਚ ਲਦਵਾ ਕੇ ਸਾਧੂ ਸੰਨਿਆਸੀਆਂ ਨੂੰ ਦੇ ਕੇ ਘਰ ਵਾਪਸ ਆ ਗਏ। ਹੁਣ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਦਾ ਆਦੇਸ਼ ਮੰਨਦੇ ਹੋਏ 20 ਰੁਪਏ ਦਾ ਲੰਗਰ, ਜੋ ਕਿ ਸੱਚਾ ਸੌਦਾ ਨਾਮ ਨਾਲ ਜਾਣਿਆ ਜਾਂਦਾ ਹੈ, ਸੱਚਾ ਸੌਦਾ ਕੀਤਾ। ਭੁੱਖੇ ਸਾਧੂਆਂ ਨੂੰ 20 ਰੁਪਏ ਨਾ ਦੇ ਕੇ 20 ਰੁਪਏ ਦਾ ਲੰਗਰ ਛਕਾਇਆ। ਤਲਵੰਡੀ ਦੇ ਪਿੰਡ ਨਜ਼ਦੀਕ ਪਹੁੰਚਣ ਤੇ ਤੁਸੀਂ ਆਪਣੇ ਪਿੰਡ ਦੀ ਬਾਹਰ ਵਾਲੀ ਚੌਪਾਲ ਉੱਪਰ ਬੈਠ ਗਏ ਅਤੇ ਬਾਲੇ ਨੂੰ ਘਰ ਭੇਜ ਦਿੱਤਾ। ਜਦੋਂ ਮਹਿਤਾ ਕਾਲੂ ਜੀ ਨੂੰ ਗਿਆਤ ਹੋਇਆ ਕਿ ਬਾਲਾ ਪਰਤ ਆਇਆ ਹੈ ਪਰ ਨਾਨਕ ਦਾ ਕਿਤੇ ਪਤਾ ਹੀ ਨਹੀਂ, ਉਹਨਾਂ ਨੇ ਤੁਰੰਤ ਬਾਲੇ ਨੂੰ ਸੱਦ ਕੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਨੂੰ ਜਿਵੇਂ ਹੀ ਇਹ ਗਿਆਤ ਹੋਇਆ ਕਿ ਗੁਰੂ ਨਾਨਕ ਸਾਰੇ ਰੁਪਏ ਸਾਧੂਆਂ ਨੂੰ ਭੋਜਨ ਕਰਾਉਣ ਉੱਤੇ ਖਰਚ ਆਇਆ ਹੈ ਤਾਂ ਉਹ ਬਹੁਤ ਗੁੱਸੇ ਹੋਏ। ਉਹ ਨਾਨਕ ਦੀ ਖੋਜ ਵਿੱਚ ਚੱਲ ਪਏ। ਉਨੀ ਦਿਨਾਂ ਭੈਣ ਨਾਨਕੀ ਜੀ ਦੇ ਵਿਆਹ ਤੋਂ ਬਾਅਦ ਪਹਿਲੀ ਵਾਰ ਪੇਕੇ ਆਏ ਹੋਏ ਸਨ। ਜਿਵੇਂ ਹੀ ਉਹਨਾਂ ਨੂੰ ਗਿਆਤ ਹੋਇਆ ਕਿ ਪਿਤਾ ਜੀ ਕ੍ਰੋਧ ਵਿੱਚ ਹਨ ਤਾਂ ਉਹ ਪਿਤਾ ਜੀ ਦੇ ਪਿੱਛੇ ਚੱਲ ਪਏ। ਖੋਜਦੇ ਨਾਨਕ ਜੀ ਪਿਤਾ ਕਲਿਆਣ ਚੰਦ ਜੀ ਦੇ ਸੁੱਕੇ ਤਲਾਅ ਦੇ ਕੰਢੇ ਚੌਪਾਲ ਉੱਤੇ ਬੈਠ ਗਏ। ਤਦ ਕੀ ਸੀ, ਪਿਤਾ ਜੀ ਨੇ ਨਾਨਕ ਜੀ ਨੂੰ ਆਦ ਦਬੋਚਿਆ ਅਤੇ ਪੁੱਛਿਆ,
ਰੁਪਏ ਕਿੱਥੇ ਨੇ। ਤੁਹਾਨੂੰ ਪਤਾ ਹੈ ਕਿ ਜਦੋਂ ਪਿਤਾ ਚਾਹੁੰਦਾ ਹੈ ਕਿ ਉਹਦਾ ਬੱਚਾ ਵਧੀਆ ਕੰਮਕਾਰ ਕਰੇ, ਉਹਦੇ ਲਈ ਪੈਸੇ ਖਰਚਦਾ, ਜਦੋਂ ਬੱਚਾ ਪੈਸੇ ਸਹੀ ਥਾਂ 'ਤੇ ਨਾ ਖਰਚਦਾ ਹੋਇਆ, ਕਿਤੇ ਹੋਰ ਪੈਸੇ ਖਰਚ ਦਿੰਦਾ ਤਾਂ ਪਿਤਾ ਗੁੱਸੇ ਹੁੰਦਾ। ਉਸ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਗੁੱਸਾ ਹੋਏ। ਇਸ ਉੱਤੇ ਨਾਨਕ ਜੀ ਸ਼ਾਂਤ ਚਿੱਤ ਬੈਠੇ ਰਹੇ। ਕੋਈ ਜਵਾਬ ਨਹੀਂ ਪਾ ਕੇ ਕਾਲੂ ਜੀ ਨੇ ਕ੍ਰੋਧ ਵਿੱਚ ਆ ਕੇ ਨਾਨਕ ਜੀ ਦੇ ਗਲ ਉੱਤੇ ਇੱਕ ਚਪਤ ਜੜ ਦਿੱਤੀ ਅਤੇ ਫਟਕਾਰਨ ਲੱਗੇ। ਤਿਵੇਂ ਹੀ ਉਹਨਾਂ ਨੇ ਦੁਬਾਰਾ ਚਪਤ ਲਗਾਉਣ ਲਈ ਹੱਥ ਉੱਤੇ ਚੁੱਕਿਆ ਤਾਂ ਭੈਣ ਨਾਨਕ ਜੀ ਨੇ ਉਹਨਾਂ ਦਾ ਹੱਥ ਫੜ ਲਿਆ ਅਤੇ ਆਪ ਆਪਣੇ ਪਿਆਰੇ ਭਰਾ ਅਤੇ ਪਿਤਾ ਜੀ ਦੇ ਵਿੱਚ ਦੀਵਾਰ ਬਣ ਕੇ ਖੜੀ ਹੋ ਗਈ। ਪਿਤਾ ਜੀ ਦਾ ਕ੍ਰੋਧ ਸ਼ਾਂਤ ਹੋਣ ਨੂੰ ਨਹੀਂ ਸੀ ਆ ਰਿਹਾ, ਪਰ ਕਰਦੇ ਵੀ ਕੀ, ਜੋ ਹੋਣਾ ਸੀ ਉਹ ਹੋ ਚੁੱਕਿਆ। ਅੰਤ ਧੀ ਨਾਨਕੀ ਜੀ ਨੇ ਸਮਝਾਉਣ ਬੁਝਾਉਣ ਉੱਤੇ ਗੁਰੂ ਨਾਨਕ ਦੇਵ ਜੀ ਨੂੰ ਨਾਲ ਲੈ ਕੇ ਘਰ ਪਰਤੇ। ਇਹ ਘਟਨਾ ਜੰਗਲ ਦੀ ਅੱਗ ਵਾਂਗ ਤਲਵੰਡੀ ਨਗਰ ਦੇ ਵਿੱਚ ਫੈਲ ਗਈ। ਮਹਿਤਾ ਕਾਲੂ ਜੀ ਨੇ ਨਾਨਕ ਜੀ ਦੀ ਮਾਰ ਕੁਟਾਈ ਕੀਤੀ। ਜਿਵੇਂ ਹੀ ਰਾਏ ਬੁਲਾਰ ਨੂੰ ਇਹ ਘਟਨਾ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਮਹਿਤਾ ਕਾਲੀ ਜੀ ਨੂੰ ਸੱਦਾ ਭੇਜਿਆ। ਜਦੋਂ ਪਿਤਾ ਪੁੱਤ ਦੋਨੇ ਰਾਏ ਬੁਲਾਰ ਜੀ ਦੇ ਸਨਮੁਖ ਮੌਜੂਦ ਹੋਏ ਤਾਂ ਰਾਏ ਬੁਲਾਰ ਨੇ ਨਾਨਕ ਜੀ ਉੱਤੇ ਪ੍ਰਸ਼ਨ ਕੀਤਾ, ਪੁੱਤਰ ਤੂੰ ਸਾਰੇ ਰੁਪਏ ਫਕੀਰਾਂ ਉੱਤੇ ਕਿਉਂ ਖਰਚੇ ਨੇ। ਜਵਾਬ ਵਿੱਚ ਨਾਨਕ ਜੀ ਕਹਿਣ ਲੱਗੇ, ਮੈਨੂੰ ਜਾਂਦੇ ਸਮੇਂ ਪਿਤਾ ਜੀ ਨੇ ਵਿਸ਼ੇਸ਼ ਆਦੇਸ਼ ਦਿੱਤਾ ਸੀ ਕਿ ਵੇਖਣਾ ਪੁੱਤ, ਖਰਿਆ ਸੌਦਾ ਹੀ ਕਰਨਾ, ਕੋਈ ਘਾਟਾ ਨਾ ਖਾਣਾ। ਉਹ ਸੌਦਾ ਕਰੀ ਜੋ ਮੁਨਾਫੇ ਵਿੱਚ ਹੀ ਹੋਵੇ। ਇਹ ਜਵਾਬ ਸੁਣ ਕੇ ਰਾਏ ਬੁਲਾਰ ਨੇ ਮਹਿਤਾ ਕਾਲੀ ਜੀ ਨੂੰ ਕਿਹਾ, ਵੇਖੋ ਕਾਲੂ ਜੀ, ਮੈਂ ਪਹਿਲਾਂ ਹੀ ਕਈ ਵਾਰ ਕਹਿ ਚੁੱਕਿਆ ਹਾਂ ਕਿ ਨਾਨਕ ਜੀ ਵੱਲੋਂ ਭੁੱਲ ਕੇ ਅਵਦਰ ਸਵਾਹ ਨਹੀਂ ਕਰਨਾ, ਪਰ ਤੁਸੀਂ ਹੋ ਕੇ ਗੱਲ ਨੂੰ ਸਮਝਦੇ ਹੀ ਨਹੀਂ ਅਤੇ ਆਪਣੀ ਮਨਮਾਨੀ ਕਰਦੇ ਹੋ। ਅੱਜ ਵੱਲੋਂ ਇੱਕ ਗੱਲ ਗੱਠ ਬਣ ਲਵੋ ਕਿ ਨਾਨਕ ਜੀ ਜੋ ਕਾਰਜ ਕਰਨ ਉਸ ਵਿੱਚ ਰੁਕਾਵਟ ਨਾ ਪਾਉਣਾ। ਜੇਕਰ ਤੁਹਾਡਾ ਕੋਈ ਨੁਕਸਾਨ ਹੁੰਦਾ ਹੈ ਤਾਂ ਮੈਂ ਉਸ ਨੁਕਸਾਨ ਦੀ ਪੂਰਤੀ ਕਰ ਦੇਵਾਂਗਾ। ਇਹ ਸਾਰਾ ਕੁਝ ਰਾਏ ਬੁਲਾਰ ਨੇ ਕਿਹਾ। ਗੁਰੂ ਨਾਨਕ ਦੇਵ ਜੀ ਬਾਰੇ ਉਹ ਸਾਰਾ ਕੁਝ ਜਾਣਦੇ ਸਨ। ਜਿਸ ਤਰ੍ਹਾਂ ਮੈਂ ਤੁਹਾਨੂੰ ਪੁਰਾਣੀ ਵੀਡੀਓ ਵਿੱਚ ਦੱਸਿਆ ਕਿ ਜਦੋਂ ਸੱਪ ਨੇ ਗੁਰੂ ਨਾਨਕ ਦੇਵ ਜੀ ਉੱਤੇ ਆਪਣਾ ਛਤਰ ਝੁਲਾਇਆ ਸੀ, ਛਾਂ ਕੀਤੀ ਸੀ, ਉਸ ਵਕਤ ਵੀ ਰਾਏ ਬੁਲਾਰ ਸਮਝ ਗਿਆ ਸੀ ਕਿ ਨਾਨਕ ਇੱਕ ਪ੍ਰਤਾਪੀ ਮਹਾਂਪੁਰਖ ਹੈ। ਸੋ ਇਸ ਤਰ੍ਹਾਂ ਇਹ ਘਟਨਾ ਦੇ ਵਿੱਚ ਵੀ ਰਾਏ ਬੁਲਾਰ ਸਮਝ ਚੁੱਕਿਆ ਸੀ ਕਿ ਗੁਰੂ ਜੀ ਨੇ ਕੋਈ ਸੱਚਾ ਸੌਦਾ ਕੀਤਾ ਹੈ। ਇਸ ਘਟਨਾ ਦੇ ਬਾਅਦ ਨਾਨਕ ਜੀ ਨੂੰ ਪਿਤਾ ਕਾਲੂ ਜੀ ਨੇ ਫਿਰ ਸਮਝਿਆ ਬੁਝਿਆ ਤੇ ਕਿਹਾ, ਪੁੱਤਰ ਮੇਰੇ ਸ਼ਬਦਾਂ ਦਾ ਕਚਾਚਿਤ ਮਤਲਬ ਇਹ ਨਹੀਂ ਸੀ ਕਿ ਤੂੰ ਸਾਰੇ ਰੁਪਏ ਇੱਕ ਹੀ ਵਾਰ ਪਰਮਾਰਥਮ ਲਈ ਲਗਾ ਦੇਵੋ। ਮੈਂ ਚਾਹੁੰਦਾ ਸੀ ਕਿ ਤੁਸੀਂ ਆਤਮ ਨਿਰਭਰ ਬਣੋ ਤਾਂ ਜੋ ਤੁਹਾਡਾ ਵਿਆਹ ਕੀਤਾ ਜਾ ਸਕੇ, ਕਿਉਂਕਿ ਤੁਹਾਡੀ ਕੁੜਮਾਈ ਹੋਈ 2 ਸਾਲ ਹੋਣ ਨੂੰ ਹੈ। ਕੁੜਮਾਈ ਮਤਲਬ ਰਿਸ਼ਤਾ ਪੱਕਾ ਹੋ ਗਿਆ ਸੀ ਲੇਕਿਨ ਮੁਕਲਾਵਾ ਨਹੀਂ ਆਇਆ ਸੀ, ਮਤਲਬ ਗੁਰੂ ਜੀ ਦੀ ਪਤਨੀ ਉਹਨਾਂ ਦੇ ਘਰ ਨਹੀਂ ਆਏ ਸਨ। ਇਸ ਕਰਕੇ ਗੁਰੂ ਜੀ ਦੇ ਪਿਤਾ ਜੀ ਨੇ ਉਹਨਾਂ ਨੂੰ 20 ਰੁਪਏ ਦਿੱਤੇ ਸੀ ਤਾਂ ਜੋ ਆਪਣਾ ਘਰ-ਬਾਰ ਸੈੱਟ ਕਰ ਸਕਣ, ਘਰ-ਬਾਰ ਸਮਝ ਸਕਣ, ਕੋਈ ਬਿਜ਼ਨਸ, ਕੋਈ ਮਤਲਬ ਚੰਗੀ ਤਰ੍ਹਾਂ ਦਾ ਸਮਾਨ ਰੱਖ ਕੇ ਆਪਣਾ ਵਪਾਰ ਸ਼ੁਰੂ ਕਰ ਸਕਣ। ਇਸ ਪ੍ਰਕਾਰ ਸਮਝਾ ਬੁਝਾ ਕੇ ਪਿਤਾ ਜੀ ਨੇ ਫਿਰ ਨਾਨਕ ਜੀ ਨੂੰ ਵਪਾਰ ਲਈ ਰਾਜੀ ਕਰ ਲਿਆ ਅਤੇ ਉਹਨਾਂ ਨੂੰ ਪੰਸਾਰੀ ਦੀ ਇੱਕ ਦੁਕਾਨ ਤਲਵੰਡੀ ਵਿੱਚ ਚਲਾਉਣ ਲਈ ਤਿਆਰ ਕਰ ਲਿਆ। ਵਾਸਤਵ ਦੇ ਵਿੱਚ ਨਾਨਕ ਜੀ ਚਾਹੁੰਦੇ ਸਨ ਕਿ ਉਹ ਆਪ ਉਪਜੀਵਿਕਾ ਹੇਤ ਆਪ ਹੱਥਾਂ ਨਾਲ ਪਰਿਸ਼ਰਮ ਕਰਨ ਅਤੇ ਸਵਾਵਲੰਬੀ ਬਣ। ਅੰਤ ਉਹਨਾਂ ਨੇ ਇੱਕ ਦੁਕਾਨਦਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਕੁਝ ਦਿਨਾਂ ਵਿੱਚ ਗੁਰੂ ਜੀ ਦੇ ਨਾਲ ਪਿਆਰਪੂਰਨ ਸੁਭਾਅ ਵੱਲੋਂ ਦੁਕਾਨ ਚੱਲ ਨਿਕਲੀ ਅਤੇ ਉਸ ਦੇ ਨਾਲ ਨਾਨਕ ਜੀ ਵਿਅਸਤ ਰਹਿਣ ਲੱਗੇ। ਇਹ ਪੂਰੀ ਘਟਨਾ ਸੀ ਸੱਚੇ ਸੌਦੇ ਦੀ। ਗੁਰੂ ਨਾਨਕ ਦੇਵ ਜੀ ਦੇ ਪਿਤਾ ਗੁਰੂ ਨਾਨਕ ਦੇਵ ਜੀ ਨਾਲ ਬਹੁਤ ਗੁੱਸੇ ਹੋਏ, ਪਰ ਜਦੋਂ ਰਾਏ ਬੁਲਾਰ ਨੇ ਸਮਝਾਇਆ, ਸਮਝ ਬੁੱਝ ਕੇ ਗੁਰੂ ਜੀ ਨੂੰ ਦੁਬਾਰਾ ਮਹਿਤਾ ਕਾਲੂ ਜੀ ਨੇ ਨਵੇਂ ਕੰਮ ਦੇ ਲਈ ਰਾਜੀ ਕੀਤਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਲਾਇਆ ਜੋ ਕਿ ਅੱਜ ਤੱਕ ਚੱਲ ਰਿਹਾ ਹੈ। ਸੰਗਤ ਪੰਗਤ ਦੀ ਪ੍ਰਥਾ ਸ਼ੁਰੂ ਕੀਤੀ, ਲੰਗਰ ਪ੍ਰਥਾ ਸ਼ੁਰੂ ਕੀਤੀ ਜੋ ਕਿ ਅੱਜ ਤੱਕ ਚੱਲ ਰਹੀ ਹੈ।
ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ। ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।